ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ ਰਵਿੰਦਰ ਸਿੰਘ ਖਾਲਸਾ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਮੈਂ ਇੱਕ ਬਜ਼ੁਰਗ ਨੂੰ ਤਿੱਖੜ ਦੁਪਹਿਰੇ ਟੁੱਟੇ ਜਿਹੇ ਸਾਈਕਲ ਤੇ ਸਬਜ਼ੀ ਵੇਚਦਿਆਂ ਦੇਖਿਆ। ਉਸ ਬਜ਼ੁਰਗ ਤੋਂ ਸਿੱਧਾ ਹੋ ਕੇ ਤੁਰਿਆ ਵੀ ਨਹੀਂ ਜਾਂਦਾ ਸੀ ਤੇ ਆਵਾਜ਼ ਵੀ ਨਹੀਂ ਨਿਕਲਦੀ ਸੀ। ਮੈਂ ਕਾਫੀ ਚਿਰ ਉਸ ਬਜ਼ੁਰਗ ਨੂੰ ਦੇਖਦਾ ਰਿਹਾ। ਕਦੇ ਉਹ ਸਾਈਕਲ ਨੂੰ ਫੜ ਹੇਠਾਂ ਪੈਰ ਭਰ ਬੈਠ ਜਾਂਦਾ ਤੇ ਕਦੇ ਕੁੱਬੀ ਢੋਈ ਨਾਲ ਅੱਗੇ ਨੂੰ ਤੁਰਦਾ। ਆਖਿਰ ਮੈਥੋਂ ਰਿਹਾ ਨਹੀਂ ਗਿਆ। ਮੈਂ ਉਸ ਬਜ਼ੁਰਗ ਦੇ ਕੋਲ ਚਲਾ ਗਿਆ ਤੇ ਪੁੱਛਿਆ, ਬਾਬਾ ਕੀ ਵੇਚਦਾ ਏ? ਅੱਗੋਂ ਬਾਬੇ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਪੁੱਤ ਖਰਬੂਜੇ ਨੇ। ਮੈਂ ਕਿਹਾ, ਬਾਬਾ ਮਿੱਠੇ ਨੇ ਕੀ ਖਰਬੂਜੇ? ਤਾਂ ਬਾਬੇ ਨੇ ਫਿਰ ਅੱਗੋਂ ਹੌਲੀ ਜਿਹੀ ਕਿਹਾ, ਪਤਾ ਨਹੀਂ ਪੁੱਤਰਾ, ਮੈਂ ਕਿਹੜਾ ਖਾਧੇ ਨੇ। ਖੁਸ਼ਬੂ ਤੋਂ ਤਾਂ ਲੱਗਦੇ ਨੇ ਕਿ ਘਰੋਂ ਵੀ ਗਾਲਾਂ ਪੈਣੀਆਂ ਤੇ ਖਰਬੂਜੇ ਵੀ ਸਵੇਰ ਤੱਕ ਅੱਧੇ ਤੋਂ ਵੱਧ ਖਰਾਬ ਹੋ ਜਾਣੇ ਆ। ਮੈਂ ਕਿਹਾ, ਚੱਲ ਬਾਬਾ ਮੈਂ ਖਰਬੂਜੇ ਤਾਂ ਤੇਰੇ ਤੋਂ ਲੈ ਲੈਣਾ, ਪਰ ਦੱਸ ਘਰੇ ਕੋਈ ਬਿਮਾਰ ਸ਼ੁਮਾਰ ਆ ਜਾਂ ਘਰੇ ਕਿਸੇ ਗੱਲ ਦੀ ਤੰਗੀ ਆ ਜੋ ਇਸ ਉਮਰੇ ਇਹ ਕੰਮ ਕਰ ਰਿਹਾ ਏ ਤੂੰ? ਤਾਂ ਬਾਬੇ ਨੇ ਕਿਹਾ, ਪੁੱਤ ਨਾ ਕੋਈ ਬਿਮਾਰ ਆ ਤੇ ਨਾ ਕੋਈ ਤੰਗੀ ਆ, ਬਸ ਕਰਮਾਂ ਦੀ ਗੱਲ ਆ। ਇਹ ਕਹਿੰਦੇ ਹੀ ਬਾਬੇ ਦੀਆਂ ਅੱਖਾਂ ਵਿੱਚੋਂ ਤਿਪ ਤਿਪ ਕਰਕੇ ਹੰਝੂ ਚੋਣ ਲੱਗ ਪਏ। ਮੈਂ ਬਾਬੇ ਨੂੰ ਬੁੱਕਲ ਵਿੱਚ ਲਿਆ ਤੇ ਕਿਹਾ, ਨਾ ਮੇਰਾ ਬਾਪੂ ਕੀ ਹੋ ਗਿਆ ਇਹੋ ਜਿਹਾ ਜੋ ਤੇਰਾ ਮਨ ਭਰ ਆਇਆ? ਮੈਂ ਨਾਲ ਦੀ ਨਾਲ ਬਾਪੂ ਦਾ ਸਾਈਕਲ ਫੜ ਆਪਣੇ ਘਰ ਦੇ ਮੂਹਰੇ ਲੈ ਆਇਆ ਤੇ ਬਾਪੂ ਨੂੰ ਆਪਣੀ ਬੈਠਕ ਵਿੱਚ ਬਿਠਾ ਠੰਡਾ ਪਾਣੀ ਫੜਾ ਕਿਹਾ, ਬਾਬਾ ਪਹਿਲਾਂ ਪਾਣੀ ਪੀ, ਫਿਰ ਦੱਸੀ ਕੀ ਹੋਇਆ ਤੇਰੇ ਨਾਲ, ਕਿਸ ਗੱਲ ਤੋਂ ਇਹ ਸਾਹ ਵਰੋਲ ਰਿਹਾ ਏ? ਬਾਬੇ ਨੇ ਉਹ ਗਲਾਸ ਫੜ ਪਾਣੀ ਨੂੰ ਓਕ ਨਾਲ ਪੀਣ ਲੱਗਿਆ। ਮੈਂ ਕਿਹਾ, ਬਾਬਾ ਕੋਈ ਗੱਲ ਨਹੀਂ, ਤੂੰ ਆਰਾਮ ਨਾਲ ਪਾਣੀ ਪੀ, ਨਾਲੇ ਮੂੰਹ ਲਾ ਕੇ ਪਾਣੀ ਪੀ। ਤਾਂ ਬਾਬੇ ਨੇ ਕਿਹਾ, ਕੋਈ ਗੱਲ ਨਹੀਂ ਪੁੱਤਰਾ। ਬਾਬੇ ਨੇ ਪਾਣੀ ਪੀ ਅਸੀਸਾਂ ਦੀ ਝੜੀ ਲਾ ਦਿੱਤੀ ਤੇ ਬਾਬੇ ਦੇ ਭਰੇ ਹੋਏ ਗਲ ਨਾਲ ਅੱਖਾਂ ਵਿੱਚੋਂ ਹੰਝੂ ਵੀ ਵਗਣ ਲੱਗੇ। ਮੈਂ ਕਿਹਾ, ਬਾਬਾ ਰੋਟੀ ਖਾਏਗਾ ਕਿ ਚਾਹ ਪੀਏਗਾ, ਪਹਿਲਾਂ ਦੱਸ। ਤਾਂ ਬਾਬਾ ਕਹਿੰਦਾ, ਨਹੀਂ ਪੁੱਤਰਾ, ਨਾ ਚਾਹ ਨਾ ਰੋਟੀ, ਮਸਾਂ ਆਦਤ ਪਾਈ ਆ ਇਸੇ ਤਰ੍ਹਾਂ ਰਹਿਣ ਦੀ। ਮੈਂ ਕਿਹਾ, ਬਾਬਾ ਤੇਰੀਆਂ ਗੱਲਾਂ ਵਿੱਚ ਕਿਤੇ ਨਾ ਕਿਤੇ ਦੁੱਖ ਝਲਕ ਰਹੇ ਨੇ, ਮੈਨੂੰ ਆਪਣਾ ਪੁੱਤ ਸਮਝ ਕੇ ਸਾਫ਼-ਸਾਫ਼ ਦੱਸ ਦੇ, ਕੀ ਕਹਾਣੀ ਆ ਤੇਰੀ ਤੇ ਕੀ ਹੋਇਆ ਤੇਰੇ ਨਾਲ, ਸਭ ਦੱਸ। ਤਾਂ ਬਾਬੇ ਨੇ ਕਿਹਾ, ਕੀ ਕਰੇਗਾ ਪੁੱਤਰਾ ਮੇਰੀ ਜ਼ਿੰਦਗੀ ਦੀ ਕਿਤਾਬ ਦੇ ਪੰਨਿਆਂ ਨੂੰ ਫੋੜ ਕੇ? ਇਹ ਦੁੱਖਾਂ ਦੀ ਕਿਤਾਬ ਨੂੰ ਬੰਦ ਹੀ ਰਹਿਣ ਦੇ। ਚੰਗਾ ਮੈਂ ਚੱਲਦਾ ਹੁਣ। ਮੈਂ ਬਾਬੇ ਦੇ ਉੱਪਰੋਂ ਦੀ ਹੱਥ ਕੱਢ ਫਿਰ ਬਿਠਾ ਲਿਆ ਤੇ ਕਿਹਾ, ਨਹੀਂ ਬਾਬਾ, ਮੈਂ ਇਸ ਦੁੱਖਾਂ ਦੀ ਕਿਤਾਬ ਦੇ ਹਰ ਇੱਕ ਪੰਨੇ ਨੂੰ ਦਿਲੋਂ ਸੁਣਨਾ ਚਾਹੁੰਦਾ ਹਾਂ। ਮੈਨੂੰ ਤੇਰੇ ਵਿੱਚ ਆਪਣਾ ਪਿਓ, ਆਪਣਾ ਦਾਦਾ ਦਿਖਾਈ ਦਿੰਦਾ ਹੈ। ਇੰਜ ਨਾ ਸੱਚੋ ਸੱਚੀ ਦੱਸ ਕੀ ਹੋਇਆ ਏ ਤੇਰੇ ਨਾਲ। ਤਾਂ ਬਾਬੇ ਨੇ ਕਿਹਾ, ਚੰਗਾ ਪੁੱਤਰਾ, ਲੈ ਸੁਣ ਫਿਰ ਬਾਬੇ ਦੀ ਕਹਾਣੀ। ਬਾਬਾ ਕਹਿਣ ਲੱਗਾ, ਮੈਂ ਬਹੁਤ ਸੌਖਾ ਸੀ ਤੇ 2 ਪੁੱਤਰਾਂ ਤੇ 2 ਧੀਆਂ ਸਨ ਮੇਰੇ। ਮੈਂ ਟੀਚਰ ਰਿਟਾਇਰ ਹੋਇਆ ਹਾਂ। ਮੇਰੇ 4 ਬੱਚੇ ਬਹੁਤ ਸਰਦੇ ਵਰਦੇ ਘਰਾਂ ਵਿੱਚ ਵਿਆਹੇ ਨੇ। 3 ਪੋਤਰੇ ਤੇ 1 ਪੋਤਰੀ ਆ ਤੇ 3 ਦੋਤੇ ਵੀ ਨੇ ਮੇਰੇ। ਮੈਨੂੰ ਰਿਟਾਇਰ ਹੋਏ ਨੂੰ 12 ਸਾਲ ਹੋ ਗਏ ਨੇ। ਮੇਰੀ ਘਰਵਾਲੀ ਨੂੰ ਗੁਜ਼ਰਿਆਂ 10 ਸਾਲ ਹੋ ਗਏ ਨੇ। ਉਹ ਵੀ ਇਲਾਜ ਪੱਖੋਂ ਚਲੀ ਗਈ ਸੀ, ਕੈਂਸਰ ਸੀ ਉਸਨੂੰ। ਮੈਂ ਕਿਹਾ, ਬਾਬਾ ਕਿਉਂ ਤੇਰੀ ਪੈਨਸ਼ਨ ਨਹੀਂ ਆਉਂਦੀ? ਕੀ? ਤਾਂ ਬਾਬੇ ਨੇ ਕਿਹਾ, ਪੁੱਤਰਾ ਪੈਨਸ਼ਨ ਤਾਂ 13,000 ਦੇ ਲਗਭਗ ਆਉਂਦੀ ਸੀ ਤੇ ਹੁਣ ਵੀ 17,000 ਦੇ ਕਰੀਬ ਆਉਂਦੀ ਹੈ, ਪਰ ਮੈਨੂੰ ਹੱਕ ਨਹੀਂ ਕਿ ਮੈਂ ਉਹ ਆਪਣੀ ਮਰਜ਼ੀ ਨਾਲ ਕਿਤੇ ਖਰਚ ਕਰ ਲਵਾਂ। ਸੁੱਖ ਨਾਲ ਵੱਡਾ ਮੁੰਡਾ ਕਚਹਿਰੀ ਵਿੱਚ ਲੱਗਿਆ, ਸਰਕਾਰੀ ਨੌਕਰੀ ਤੇ ਆ ਤੇ ਛੋਟੇ ਦਾ ਦਵਾਈਆਂ ਦੀ ਦੁਕਾਨ ਆ ਤੇ ਕਾਫੀ ਕੰਮ ਆ। ਵੱਡੀ ਨੂੰ ਟੀਚਰ ਆ ਤੇ ਛੋਟੀ ਦਾ ਬਿਊਟੀ ਪਾਰਲਰ ਆ। ਬੱਚੇ ਵੀ ਚੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਨੇ। ਪਰ ਮੈਂ ਕਿਹਾ, ਪਰ ਕੀ ਬਾਬਾ? ਤਾਂ ਬਾਬੇ ਨੇ ਕਿਹਾ, ਉਹ ਮੇਰੀ ਪੈਨਸ਼ਨ ਚੜ੍ਹੇ ਮਹੀਨੇ ਆਪ ਨਾਲ ਜਾ ਕੇ ਕਢਵਾ ਲਿਆਉਂਦੇ ਨੇ ਤੇ ਪੰਜੇ ਹੱਥ ਤੇ ਨਹੀਂ ਧਰਦੇ। ਮੈਂ ਆਪਣੀ ਦਵਾਈ ਬੂਟੀ ਵੀ ਇਹ ਸਬਜ਼ੀ ਭਾਜੀ ਵੇਚ ਕੇ ਲਿਆਉਂਦਾ ਹਾਂ। ਮੇਰੀ ਘਰਵਾਲੀ ਵੀ ਇਸੇ ਕਾਰਨ ਖਤਮ ਹੋ ਗਈ। ਉਸਨੂੰ ਘਰੇ ਪਈ ਨੂੰ ਮਾਰ ਦਿੱਤਾ ਇਹਨਾਂ ਨੇ। ਇਹ ਕਹਿੰਦਾ ਬਾਬਾ ਫਿਰ ਉੱਚੀ ਉੱਚੀ ਰੋਣ ਲੱਗ ਪਿਆ। ਉਸਦੇ ਦਰਦ ਭਰੇ ਬੋਲ ਤੇ ਹੰਝੂਆਂ ਦਾ ਖਾਰਾ ਪਾਣੀ ਮੇਰੀ ਰੂਹ ਨੂੰ ਛਾਨਣੀ ਕਰ ਰਿਹਾ ਸੀ। ਮੈਂ ਫਿਰ ਬਾਬੇ ਨੂੰ ਚੁੱਪ ਕਰਵਾਉਂਦੇ ਨੇ ਕਿਹਾ, ਸਬਰ ਕਰ ਬਾਬਾ, ਅੱਗੇ ਦੱਸ ਕੀ ਹੋਇਆ? ਤਾਂ ਬਾਬੇ ਨੇ ਦੱਸਿਆ, ਮੇਰੀ ਘਰਵਾਲੀ ਦੇ ਮਰਨ ਤੋਂ ਬਾਅਦ ਇਹਨਾਂ ਨੇ ਮੇਰੇ ਤੋਂ ਸਾਰੀ ਜ਼ਮੀਨ ਜਾਇਦਾਦ ਸਭ ਆਪਣੇ ਨਾਮ ਲਿਖਵਾ ਲਿਆ। ਮੇਰੇ ਕੋਲ ਸਿਰਫ ਆ ਸਾਈਕਲ ਆ ਜਾਂ ਟੁੱਟੀ ਜੁੱਤੀ ਤੇ ਪਾਟੇ ਹੋਏ ਕੱਪੜੇ। ਮੈਂ ਪੁੱਤ ਤੇਰੀ ਬੀਬੀ ਦੇ ਹੁੰਦਿਆਂ 3-3 ਵਾਰ ਰੋਟੀ ਖਾਂਦਾ ਸੀ ਤੇ ਚਾਹ ਤਾਂ ਜਦੋਂ ਜੀ ਕਰੇ ਧਰਾ ਲੈਂਦਾ ਸੀ। ਮੇਰੀ ਉਦੋਂ ਸਿਹਤ ਵੀ ਵਧੀਆ ਸੀ, ਕੋਈ ਬਿਮਾਰੀ ਵੀ ਨਹੀਂ ਸੀ।
पर उस जीवन साथन ते जान मगरों तेरा बाबा अपने घर विच मंगता बन गया। मैं बड़ा औखा हो गया, अपनी भुख प्यास नूं बन्निया है, क्योंकि सवेरे सिर्फ 2 रोटियां ते उस तो बाद रात नूं 2 रोटियां गिण के मिलदियां हन ते कदे ਵੱਧ ਭੁੱਖ ਲੱਗੇ ਤਾਂ ਪਾਣੀ ਜ਼ਿਆਦਾ ਪੀ ਲੈਂਦਾ ਹਾਂ। ਮੈਂ ਕਿਹਾ ਸਿਰਫ 2 ਰੋਟੀਆਂ ਹੀ ਕਿਉਂ ਬਾਬਾ ਦਿੰਦੇ ਨੇ, ਰੱਜ ਕੇ ਕਿਉਂ ਨਹੀਂ? ਤਾਂ ਬਾਬੇ ਨੇ ਕਿਹਾ, ਪੁੱਤ ਮੇਰੀਆਂ ਨੂੰਹਾਂ ਕਹਿੰਦੀਆਂ ਜੇ ਜ਼ਿਆਦਾ ਰੋਟੀਆਂ ਦਿੱਤੀਆਂ ਤਾਂ ਸਵੇਰੇ ਛੇਤੀ ਨਹੀਂ ਉੱਠਣਾ ਇਹਨੇ, ਨਾਲੇ ਬੁੱਢਾ ਸਰੀਰ ਆ ਗੰਦ ਨਾ ਮਾਰ ਦੇਵੇ, ਗੰਦਗੀ ਕੌਣ ਸਾਫ਼ ਕਰੂ ਇਹਦੀ। ਬਾਬੇ ਦੀਆਂ ਗੱਲਾਂ ਸੁਣ ਮਨ ਰੋ ਰਿਹਾ ਸੀ ਤੇ ਉਹਨਾਂ ਪੁੱਤਰਾਂ ਤੇ ਨੂੰਹਾਂ ਤੇ ਗੁੱਸਾ ਆ ਰਿਹਾ ਸੀ। ਮੈਂ ਬਾਬੇ ਨੂੰ ਕਿਹਾ, ਬਾਬਾ ਤੇਰੀਆਂ ਕੁੜੀਆਂ ਜਾਂ ਜਵਾਈ ਉਹ ਨਹੀਂ ਤੈਨੂੰ ਸੰਭਾਲਦੇ ਜਾਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਕਿ ਭਾਈ ਬਾਪੂ ਨਾਲ ਇਹ ਵਿਹਾਰ ਕਿਉਂ ਕਰਦੇ ਹੋ? ਤਾਂ ਬਾਬੇ ਨੇ ਕਿਹਾ, ਕਿੱਥੇ ਪੁੱਤਰਾ, ਉਹ ਇਸ ਗੱਲ ਤੋਂ ਗੁੱਸੇ ਨੇ, ਸਾਨੂੰ ਜ਼ਮੀਨ ਜਾਇਦਾਦ ਵਿੱਚੋਂ ਕੁਝ ਨਹੀਂ ਦਿੱਤਾ ਤੇ ਨਾ ਕੋਈ ਪੈਨਸ਼ਨ ਵਿੱਚੋਂ ਦਿੱਤਾ ਹੈ, ਇਸ ਲਈ ਉਹ ਤੇਰੀ ਬੇਬੇ ਦੀ ਮੌਤ ਤੋਂ 6 ਮਹੀਨੇ ਬਾਅਦ ਕਦੇ ਨਹੀਂ ਆਏ ਤੇ ਨਾ ਹੀ ਕਦੇ ਫੋਨ ਕਰਕੇ ਮੇਰਾ ਹਾਲ ਪੁੱਛਿਆ ਏ। ਇੰਨਾ ਪਤਾ ਕਿ ਸਭ ਸੌਖੇ ਨੇ, ਦੋਤਾ ਵੀ ਬਾਹਰ ਕੈਨੇਡਾ ਚਲਾ ਗਿਆ ਏ ਤੇ ਦੂਸਰੇ ਦੋਤੇ ਨੇ ਵੀ ਕਾਲਜ ਪੜ੍ਹਦੇ ਨੇ। ਬਸ ਇਹ ਹੱਡੀਆਂ ਦੀ ਮੁੱਠ ਵਾਸਤੇ ਕਿਸੇ ਕੋਲ ਵਕਤ ਨਹੀਂ, ਨਾ ਪੈਸਾ ਏ ਤੇ ਨਾ ਸਤਿਕਾਰ। ਮੈਂ ਤਾਂ ਇਹੀ ਸੋਚਦਾ ਹਾਂ ਕਿ ਤੇਰੀ ਬੇਬੇ ਦੀ ਮੌਤ ਦੇ ਨਾਲ ਮੇਰੀ ਮੌਤ ਵੀ ਉਸੇ ਟਾਈਮ ਹੋ ਜਾਂਦੀ ਤਾਂ ਚੰਗਾ ਸੀ। ਮੈਂ ਕਿਹਾ, ਨਾ ਬਾਬਾ ਇੰਜ ਨਹੀਂ ਕਹੀਦਾ। ਇਹ ਕਹਿੰਦੇ ਹੋਏ ਮੈਂ ਬਾਬੇ ਨੂੰ ਛਾਤੀ ਨਾਲ ਲਾ ਲਿਆ ਤੇ ਉਸ ਦੀਆਂ ਅੱਖਾਂ ਵਿੱਚ ਵਗਦੇ ਹੋਏ ਹੰਝੂਆਂ ਨੂੰ ਆਪਣੇ ਹੱਥਾਂ ਨਾਲ ਪੂੰਝਣ ਲੱਗਿਆ। ਫਿਰ ਬਾਬੇ ਨੇ ਕਿਹਾ, ਪੁੱਤਰਾ ਇੱਕ ਦਿਨ ਮੈਨੂੰ ਬੁਖਾਰ ਸੀ, ਮੇਰਾ ਚਿੱਤ ਠੀਕ ਨਹੀਂ ਸੀ, ਮੈਨੂੰ ਤੋਂ ਪਾਣੀ ਮੰਗਣ ਲਈ ਕੋਠੀ ਅੰਦਰ ਪੈਰ ਧਰ ਲਿਆ ਤੇ ਮੇਰੀ ਖੰਘ ਨਾਲ ਮੇਰੇ ਮੂੰਹ ਵਿੱਚੋਂ ਥੁੱਕ ਡਿੱਗ ਗਿਆ ਤਾਂ ਮੇਰੀ ਛੋਟੀ ਨੂੰਹ ਨੇ ਮੇਰੇ ਢਿੱਡ ਵਿੱਚ ਲੱਤ ਮਾਰੀ ਤੇ ਮੇਰੇ ਤੋਂ ਪੋਚਾ ਲਗਵਾ ਕੇ ਸਾਫ਼ ਕਰਵਾਇਆ ਤੇ ਫਿਰ ਧੱਕਾ ਦੇ ਕੇ ਬਾਹਰ ਕੱਢ ਦਿੱਤਾ। ਉਸ ਦਿਨ ਤੋਂ ਪੁੱਤ ਮੇਰੀ ਹਿੰਮਤ ਨਹੀਂ ਪਈ ਅੰਦਰ ਵੜਨ ਦੀ। ਮੇਰਾ ਕਮਰਾ ਕੋਠੀ ਦੀ ਪਿਛਲੀ ਸਾਈਡ ਤੇ ਹੈ, ਇੱਕ ਪਾਸੇ ਤੂੜੀ ਕੁੱਤਿਆਂ ਦਾ ਕਮਰਾ ਹੈ ਤੇ ਦੂਸਰੇ ਪਾਸੇ ਘੋੜੇ ਦਾ ਤਵੇਲਾ ਹੈ। ਉਹਨਾਂ ਜਾਨਵਰਾਂ ਦੇ ਵਿੱਚ ਇਸ ਪਿਓ ਨੂੰ ਡੰਗਰਾਂ ਦੀ ਤਰ੍ਹਾਂ ਰੱਖਿਆ ਹੋਇਆ ਏ। ਮੇਰੀ ਔਲਾਦ ਨੇ ਮੈਨੂੰ, ਮੇਰੀ ਗਰਮੀ ਵਿੱਚ ਧੜਕਣ ਵੱਧ ਜਾਂਦੀ ਆ, ਮੈਨੂੰ ਥਾਇਰਾਇਡ ਦੀ ਵੀ ਥੋੜੀ ਸ਼ਿਕਾਇਤ ਆ, ਪਰ ਰੱਬ ਝੁਕਦਾ ਨਹੀਂ। ਮੈਂ ਕਿਹਾ, ਬਾਬਾ ਇਹ ਸਭ ਉਸ ਵਾਹਿਗੁਰੂ ਦੇ ਹੱਥ ਵੱਸ ਆ, ਕਦੋਂ ਕਿਸ ਨੂੰ ਲੈ ਕੇ ਜਾਣਾ ਤੂੰ ਚਿੰਤਾ ਨਾ ਕਰ, ਮੈਨੂੰ ਦੱਸ ਆਪਣਾ ਪਤਾ ਠਿਕਾਣਾ, ਮੈਂ ਆਵਾਂਗਾ ਉਹਨਾਂ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਮਿਲਣ ਤੇ ਕਰਾਂਗਾ ਗੱਲ ਉਹਨਾਂ ਨਾਲ। ਤਾਂ ਬਾਬੇ ਨੇ ਕਿਹਾ, ਨਾ ਪੁੱਤ ਇੱਦਾਂ ਨਾ ਕਰੀ, ਮੇਰੀ ਜ਼ਿੰਦਗੀ ਤਾਂ ਕੁਝ ਦਿਨਾਂ ਦੀ ਆ, ਉਹਨਾਂ ਦੇ ਬੱਚੇ ਨੇ ਤੇ ਉਹਨਾਂ ਦਾ ਕੈਰੀਅਰ ਖਤਮ ਹੋ ਜਾਊਗਾ, ਨਾਲੇ ਮੈਨੂੰ ਘਰ ਵਿੱਚ ਫਿਰ ਹੋਰ ਤੰਗੀ ਚੱਲਣੀ ਪਊ। ਬਸ ਸ਼ਾਬਾਸ਼ ਪੁੱਤਰਾ, ਜੋ ਤੂੰ ਮੈਨੂੰ ਇੰਨਾ ਮਾਣ ਕੀਤਾ, ਮੈਨੂੰ ਠੰਡਾ ਪਾਣੀ ਪਿਲਾਇਆ। ਮੈਂ ਕਿਹਾ, ਬਾਬਾ ਜੀ ਇਹ ਤੁਹਾਡਾ ਹੀ ਘਰ ਹੈ, ਤੁਸੀਂ ਰੁਕੋ, ਪ੍ਰਸ਼ਾਦਾ ਛਕ ਕੇ ਜਾਣਾ। ਪਰ ਬਾਬਾ ਸਿਰ ਤੇ ਹੱਥ ਰੱਖਦੇ ਹੋਏ ਕਹਿਣ ਲੱਗਾ, ਪੁੱਤਰਾ ਤੇਰੇ ਕੋਲ ਸਾਰੇ ਦੁੱਖ ਸਾਂਝੇ ਕਰ ਮਨ ਹੌਲਾ ਜਿਹਾ ਹੋ ਗਿਆ, ਭਲਾ ਹੁਣ ਰੱਬ ਸਾਹ ਕੱਢ ਲਵੇ ਤੇ ਜਿਉਂਦਾ ਰਹਿ ਸ਼ੇਰਾ। ਕਹਿ ਬਾਬੇ ਨੇ ਸਾਈਕਲ ਨੂੰ ਹੱਥ ਪਾ ਲਿਆ ਤੇ ਅਸੀਸਾਂ ਦਿੰਦਾ ਹੋਇਆ ਅੱਗੇ ਵੱਧ ਗਿਆ। ਮੈਂ ਬਾਬੇ ਦੀਆਂ ਗੱਲਾਂ ਸੁਣ ਬਹੁਤ ਦਰਦ ਮਹਿਸੂਸ ਕਰ ਰਿਹਾ ਸੀ ਕਿ ਜਦੋਂ ਬਾਪੂ ਕੁਝ ਕਰਮਾਂ ਤੇ ਪਹੁੰਚਿਆ ਤਾਂ ਅਚਾਨਕ ਉਹ ਸਾਈਕਲ ਦੇ ਉੱਪਰ ਹੀ ਡਿੱਗ ਗਿਆ ਤੇ ਮੈਂ ਬਾਬੇ ਨੂੰ ਦੇਖ ਤੇਜ਼ੀ ਨਾਲ ਭੱਜਿਆ। ਜਦ ਕੋਲ ਜਾ ਕੇ ਪਹੁੰਚਿਆ ਤੇ ਬਾਬੇ ਨੂੰ ਚੁੱਕਿਆ ਤੇ ਦੇਖਿਆ, ਉਸਦੇ ਦਿਲ ਦੀ ਧੜਕਣ ਰੁਕ ਚੁੱਕੀ ਸੀ। ਬਾਬਾ ਇਸ ਦੁਨੀਆ ਨੂੰ ਛੱਡ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਪਹੁੰਚਿਆ ਸੀ। ਮੈਂ ਬਹੁਤ ਰੋਇਆ, ਬਾਬੇ ਦੀਆਂ ਗੱਲਾਂ ਨੂੰ ਯਾਦ ਕਰ, ਬਾਬੇ ਦੇ ਦਰਦਾਂ ਨੂੰ ਯਾਦ ਕਰ। ਮੈਂ ਬਾਬੇ ਨੂੰ ਬਾਹਾਂ ਵਿੱਚ ਲਟਕਦੇ ਨੂੰ ਕਹਿਣ ਲੱਗਾ, ਬਾਬਾ ਉਹ ਅਭਾਗੇ ਨੇ ਪੁੱਤ ਧੀਆਂ, ਅਭਾਗੇ ਨੇ ਉਹ ਨੂੰਹਾਂ ਜਵਾਈ ਜਿਨ੍ਹਾਂ ਨੇ ਤੇਰੇ ਲਾੜ ਪਿਆਰ ਦਾ ਮੁੱਲ ਨਹੀਂ ਪਾਇਆ, ਅਭਾਗੇ ਨੇ ਉਹ ਪੋਤਰੇ ਪੋਤਰੀਆਂ ਤੇ ਦੋਤੇ ਜਿਨ੍ਹਾਂ ਨੇ ਤੇਰੇ ਪਿਆਰ ਦਾ ਤੇਰੀ ਬੁੱਕਲ ਦਾ ਨਿੱਘ ਨਹੀਂ ਮਾਣਿਆ। ਉਹ ਰੱਬਾ ਅੱਜ ਇਸ ਬਾਬੇ ਨੂੰ ਇਸ ਤਰ੍ਹਾਂ ਸੜਕ ਤੇ ਲਵਾਰਸ ਵਾਂਗ ਸੜਕ ਤੇ ਖਤਮ ਹੁੰਦਿਆਂ ਦੇਖਿਆ ਏ ਮੈਂ। ਕੀ ਲੈਣਾ ਧੀਆਂ ਪੁੱਤਰਾਂ ਤੋਂ, ਕੀ ਲੈਣਾ ਪੈਸੇ ਕੋਠੀਆਂ ਜ਼ਮੀਨਾਂ ਤੋਂ, ਜਦੋਂ ਇਸ ਬੁਢਾਪੇ ਵਿੱਚ ਇਸ ਤਰ੍ਹਾਂ ਹੀ ਜਾਣਾ ਏ। ਕਿਉਂ ਲੋਕਾਂ ਦਾ ਖੂਨ ਚਿੱਟਾ ਹੋ ਗਿਆ ਏ? ਕਿਉਂ ਆਪਣੇ ਮਾਂ-ਬਾਪ ਨੂੰ ਲੋਕਾਂ ਨੇ ਇਸ ਤਰ੍ਹਾਂ ਡੰਗਰਾਂ ਵਾਂਗੂ ਰੱਖਿਆ ਹੋਇਆ ਹੈ? ਕਿਉਂ ਉਹਨਾਂ ਦੀ ਰੋਟੀ ਲਈ ਨੱਕ ਬੁੱਲ ਕੱਢਦੇ ਨੇ? ਕਿਉਂ ਉਹਨਾਂ ਵੱਲੋਂ ਲੜਾਏ ਗਏ ਲਾੜ, ਉਹਨਾਂ ਵੱਲੋਂ ਮੂੰਹ ਵਿੱਚ ਪਾਈਆਂ ਬੁਰਕੀਆਂ ਭੁੱਲ ਜਾਂਦੇ ਨੇ? ਜਦੋਂ ਮਾਂ-ਬਾਪ ਬੱਚਿਆਂ ਦਾ ਗੰਦ ਹੱਥੀਂ ਸਾਫ਼ ਕਰਦੇ ਨੇ, ਭਲਾ ਮਾਂ-ਪਿਓ ਰੋਟੀ ਹੀ ਕਿਉਂ ਨਾ ਖਾਂਦਾ ਹੋਵੇ? ਪਰ ਜੇ ਮਾਂ-ਪਿਓ ਦੇ ਮੂੰਹੋਂ ਕਦੇ ਬਿਮਾਰ ਹੋਣ ਕਾਰਨ ਥੁੱਕ ਵੀ ਡਿੱਗ ਜਾਵੇ
ਤਾਂ ਉਸ ਨੂੰ ਲੱਤਾਂ ਧੱਕੇ ਖਾਣੇ ਪੈਂਦੇ ਨੇ। ਕਿਉਂ ਆਪ ਏਸੀ ਕੂਲਰਾਂ ਹੇਠਾਂ ਬਹਿ ਕੇ ਮਾਂ-ਬਾਪ ਨੂੰ ਡੰਗਰਾਂ ਵਾਲੇ ਕੋਠਿਆਂ ਵਿੱਚ ਰੱਖਦੇ ਨੇ। ਉਹ ਰੱਬਾ, ਇਹ ਦੁਨੀਆ ਗਰਕ ਚੁੱਕੀ ਹੈ। ਜਿੱਥੇ ਮਾਂ-ਬਾਪ ਦੀ ਸੇਵਾ ਨਹੀਂ, ਇੱਜ਼ਤ ਨਹੀਂ, ਉੱਥੇ ਤੂੰ ਆਪਣੀ ਆਸਥਾ ਦੀ ਆਸ ਨਾ ਰੱਖ। ਇਹ ਲੋਕ ਮਤਲਬੀ ਨੇ, ਭੀੜ ਪੈਣ 'ਤੇ ਹੀ ਤੈਨੂੰ ਯਾਦ ਕਰਦੇ ਨੇ ਤੇ ਸੌਖੇ ਵਕਤ ਤੈਨੂੰ ਭੁਲਾ ਵੀ ਦਿੰਦੇ ਨੇ। ਮਾਂ-ਬਾਪ ਨੂੰ ਤਾਂ ਕਿੱਥੋਂ ਯਾਦ ਕਰਨਾ ਇਹਨਾਂ ਨੇ। ਮੈਂ ਬਾਬੇ ਦੇ ਦਰਦਾਂ ਦੀ ਕਿਤਾਬ ਮੈਂ ਫੋਲ ਤਾਂ ਲਈ ਸੀ, ਪਰ ਕਿਤਾਬ ਦੇ ਪੰਨਿਆਂ 'ਤੇ ਬੇਵਸੀ ਦੇ ਲੱਗੇ ਹੰਝੂਆਂ ਦੇ ਦਾਗ ਸਾਫ਼ ਨਹੀਂ ਕਰ ਪਾਇਆ ਸੀ। ਧੰਨਵਾਦ ਜੀ। ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ, ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।